ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਇਤਨੀ ਕਥਾ ਉਚਾਰ ਸੁਨਾਈ, ਪ੍ਰੇਮ ਸਮਾਦ ਹਿਰਦੈ ਹੋਇ ਆਈ। ਇਤਨੀ ਕਥਾ ਉਚਾਰ ਸੁਨਾਈ, ਪ੍ਰੇਮ ਸਮਾਦ ਹਿਰਦੈ ਹੋਇ ਆਈ। ਸਤਨਾਮ ਸ੍ਰੀ ਵਾਹਿਗੁਰੂ ਜੀ। ਬਾਰ ਪੰਚ ਗੰਗ ਜਾਏ, ਪੰਚ ਵਾਰ ਪ੍ਰਾਗ ਨਾਏ। ਤੈਸਾ ਫਲ ਗੁਰ ਸਿੱਖ ਕੋ ਨਿਭਾਏ ਕਾ। ਸਿੱਖ ਕੋ ਪਲਾਏ ਪਾਣੀ ਪਾਓ ਕਰ ਕੁਰ ਖੈਤ। ਉਸ ਮੇਦ ਜਗ ਫਲ ਗੁਰ ਸਿੱਖ ਕੋ ਜਿਵਾਏ ਕਾ। ਜੈਸੇ ਸਾਤ ਮੰਦਰ ਕੰਚਨ ਕਿਓ ਸਾਰ ਦੀਨੇ। ਤੈਸਾ ਫਲ ਗੁਰ ਸਿੱਖ ਕੋ ਸ਼ਬਦ ਸਿਖਾਏਗਾ। ਜੈਸੇ 20 ਵਾਰ ਦਰਸ ਕੀਆ ਸਾਧ ਕਾਹੂ। ਤੈਸਾ ਫਲ ਗੁਰ ਸਿੱਖ ਕੋ ਚਾਪ ਪਗ ਸੁਆਏਗਾ। ਏਕ ਓੰਕਾਰ ਸਤਿਗੁਰ ਤੇ ਪ੍ਰਸਾਦ ਸੱਚ ਹੋਈ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਈ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਜਿਤਨੇ ਵੀ ਮਾਈ ਭਾਈ ਨੇਮੀ ਪ੍ਰੇਮੀ ਦੂਰੋਂ ਨੇੜੇ ਚੱਲ ਕਰਕੇ ਮਹਾਂਪੁਰਖਾਂ ਦੇ ਪਵਿੱਤਰ ਪਾਵਨ ਅਸਥਾਨ ਅਥਵਾ ਗੁਰੂ ਬਾਬਾ ਜੀ ਦੇ ਸੱਚਖੰਡ ਦਰਬਾਰ ਦੇ ਵਿੱਚ ਪਹੁੰਚੇ ਹੋ। ਸਤਿਗੁਰਾਂ ਦੇ ਚਰਨਾਂ 'ਚ ਹਾਜ਼ਰੀ ਲਵਾਉਣ ਵਾਸਤੇ ਆਪਣੀਆਂ ਚਿੱਤ ਵਰਤੀਆਂ ਬਾਹਰੋਂ ਕਾਗਰ ਕਰਨ ਦੀ ਖੇਚਲ ਕਰੋ। ਭਗਤ ਵਸ਼ਲ ਪਤਤ ਪਾਵਨ ਦੀਨਾ ਬੰਧੂ ਤਿੰਨੇ ਲੋਕਾਂ ਦੇ ਮਾਲਕ ਸਾਂਝੇ ਰਹਿਬਰ ਨਿਰੰਕਾਰੀ ਜੋਤ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਪਾਵਨ ਕਥਾ ਚੱਲ ਰਹੀ ਹੈ। ਪਿਛਲੇ ਪ੍ਰਕਰਨ ਦੇ ਵਿੱਚ ਅਸੀਂ ਇਹ ਵਿਚਾਰ ਸਰਵਣ ਕੀਤੀ। ਇੱਕ ਦਿਨ ਦਾ ਜ਼ਿਕਰ ਜਦੋਂ ਦੀਨ ਦੁਨੀਆ ਦੇ ਮਾਲਕ ਥੋੜ੍ਹੀਆਂ ਹੀ ਸੰਗਤਾਂ ਦੇ ਵਿੱਚ ਬੈਠੇ ਸਨ। ਜੇਠ-ਹਾੜ ਦਾ ਮਹੀਨਾ ਚੜ੍ਹ ਚੁੱਕੇ ਹੈ। ਚਾਰੇ ਪਾਸੇ ਤੱਤੀਆਂ ਲੋਆਂ ਵੀ ਵਗ ਰਹੀਆਂ ਸਨ। ਹਰੇਕ ਨੂੰ ਉਸ ਟਾਈਮ 'ਤੇ ਜਲ ਦੀ ਪਿਆਸ ਕੁਦਰਤੀ ਤੌਰ 'ਤੇ ਲੱਗਿਆ ਕਰਦੀ ਹੈ। ਭਾਈ ਜ਼ਾਲਮ ਸਿੰਘ ਉਹ ਕਿਤੇ ਸੇਵਾ ਦੇ ਉੱਪਰ ਇੱਧਰ ਉੱਧਰ ਗਏ ਹੋਏ ਸਨ। ਅਚਾਨਕ ਹੀ ਦਸ਼ਮੇਸ਼ ਪਿਤਾ ਕਹਿ ਲੱਗੇ, ਭਾਈ ਸਾਨੂੰ ਬੜੀ ਪਿਆਸ ਲੱਗੀ ਹੈ, ਕੋਈ ਪ੍ਰੇਮੀ ਠੰਡਾ ਜਲ ਲਿਆ ਕਰਕੇ ਛਕਾਓ। ਇੱਕ ਅਮੀਰ ਘਰਾਣੇ ਦਾ ਬਚਾਓ ਵੀ ਮਹਾਰਾਜ ਦੇ ਦਰਬਾਰ ਦੇ ਵਿੱਚ ਬੈਠਾ ਸੀ। ਬਚਨ ਉਹ ਸੁਣੇ। ਇਹਨੇ ਕਟੋਰੇ ਨੂੰ ਮਾਂਜ ਕਰਕੇ ਫਿਰ ਬੜਾ ਹੀ ਸ਼ਵਾਸ਼ ਜਲ ਉਹਦੇ ਵਿੱਚ ਭਰ ਕਰਕੇ ਲਿਆਂਦਾ। ਪਰ ਜਦੋਂ ਸਤਿਗੁਰੂ ਜੀ ਨੇ ਇਸ ਬੱਚੇ ਦੇ ਸਰੀਰ ਦੇ ਵੱਲ ਆਪਣੀ ਨਜ਼ਰ ਦੌੜਾਈ, ਦੇਖਿਆ ਵੀ ਇਹਦੇ ਤਾਂ ਸਾਰੇ ਅੰਗ ਪੈਰ ਬੜੇ ਕੋਮਲ ਹਨ। ਸਤਿਗੁਰੂ ਜੀ ਪੁੱਛਣ ਲੱਗੇ, ਬੇਟਾ ਅੱਗੇ ਤਾਂ ਕੋਈ ਸੇਵਾ ਕੀਤੀ ਹੈ ਜਾਂ ਨਹੀਂ? ਕਹਿਣ ਲੱਗਿਆ, ਮਹਾਰਾਜ ਅੱਜ ਪਹਿਲਾ ਦਿਨ ਹੈ। ਆਪ ਜੀ ਨੂੰ ਆ ਜਲ ਦਾ ਕਟੋਰਾ ਮੈਂ ਭਰ ਕਰਕੇ ਲਿਆਂਦਾ ਹੈ। ਮੇਰਾ ਪਿਤਾ ਬੜਾ ਅਮੀਰ ਧਨਾਢ ਹੈ,
ਬਥੇਰੇ ਘਰ ਦੇ ਵਿੱਚ ਨੌਕਰ ਚਾਕਰ ਰੱਖੇ ਹੋਏ ਹਨ। ਮੈਨੂੰ ਤਾਂ ਕਦੇ ਕੋਈ ਵੀ ਹੋ ਜਿਹਾ ਕਾਰਜ ਕਰਨ ਦੀ ਲੋੜ ਨਹੀਂ ਪਈ ਸੀ। ਸਤਿਗੁਰੂ ਜੀ ਨੇ ਦੇਖਿਆ ਵੀ ਅਜੇ ਤੱਕ ਇਸ ਦੇ ਸਰੀਰ ਦੇ ਜਿਹੜੇ ਅੰਗ ਸੇਵਾ ਦੇ ਨਾਲ ਪਵਿੱਤਰ ਨਹੀਂ ਹੋਏ ਹਨ। ਉਸੇ ਵਕਤ ਸਤਿਗੁਰੂ ਜੀ ਨੇ ਉਹ ਜਿਹੜਾ ਜਲ ਦਾ ਕਟੋਰਾ ਡੋਲ ਦਿੱਤਾ ਸੀ, ਦੇ ਕਰਕੇ ਸੰਗਤਾਂ ਵੀ ਬੜੀਆਂ ਹੈਰਾਨ ਹੋ ਗਈਆਂ ਵੀ ਕੀ ਗੱਲ, ਇਹਨੇ ਤਾਂ ਜਿਹੜਾ ਜਲ ਵੀ ਮਾਂਝ ਸਵਾਰ ਕਰਕੇ ਭਰ ਕੇ ਲਿਆਂਦਾ ਹੈ। ਸਤਿਗੁਰੂ ਜੀ ਨੇ ਸਰਬੱਗਤਾ ਦੇ ਨਾਲ ਜਾਣ ਲਿਆ ਵੀ ਇਹਨਾਂ ਦੇ ਮਨ ਦੇ ਵਿੱਚ ਬੜੇ ਵਹਿਮ, ਬੜੇ ਜਿਹੜੇ ਸ਼ੰਕੇ ਪੈਦਾ ਹੋ ਗਏ ਹਨ। ਉਸ ਵਕਤ ਸਤਿਗੁਰੂ ਜੀ ਨੇ ਅਤ ਸੁੰਦਰ ਕਲੀਨ ਚਤਰ ਮੁਖ ਗਿਆਨੀ ਧਨਵੰਤ ਮਿਰਤਕ ਕਹੀਐ ਨਾਨਕਾ ਜੈ ਪ੍ਰੀਤ ਨਹੀਂ ਭਗਵੰਤ। ਦਸ਼ਮੇਸ਼ ਪਿਤਾ ਨੇ ਸਾਰੀਆਂ ਸੰਗਤਾਂ ਨੂੰ ਇਹਨਾਂ ਵਚਨਾਂ ਦੁਆਰਾ ਸਮਝਾਇਆ ਵੀ ਜਿਹੜਾ ਪ੍ਰਾਣੀ ਬੜਾ ਸੁੰਦਰ ਵੀ ਹੈ, ਉੱਚੀ ਕੁਲ ਦੇ ਵਿੱਚ ਪੈਦਾ ਹੋ ਗਿਆ, ਅਮੀਰ ਹੈ, ਧਨਾਢ ਹੈ, ਸਿਆਣਾ ਵੀ ਬੜਾ, ਚਾਰ ਜਣਿਆਂ ਨੂੰ ਕਦੇ ਗੱਲ ਨਹੀਂ ਆਉਣ ਦਿੰਦਾ, ਔਰ ਵਾਚਕ ਗਿਆਨੀ ਵੀ ਹੈ। ਪਰ ਅਗਰ ਉਹਦੇ ਮਨ ਦੇ ਵਿੱਚ ਪਰਮਾਤਮਾ ਦੇ ਚਰਨਾਂ ਦੀ ਪ੍ਰੀਤੀ ਨਹੀਂ ਅਜੇ ਤੱਕ ਪੈਦਾ ਹੋਈ, ਮਿਰਤਕ ਕਹੀ ਹੈ ਨਾਨਕਾ ਜੈ ਪ੍ਰੀਤ ਨਹੀਂ ਭਗਵੰਤ। ਸਤਿਗੁਰੂ ਜੀ ਕਹਿ ਲੱਗੇ ਵੀ ਅਸੀਂ ਮੁਰਦੇ ਦੇ ਹੱਥੋਂ ਥੋੜ੍ਹਾ ਜਲ ਛਕਣਾ ਹੈ। ਇਹਨਾਂ ਵਚਨਾਂ ਦੁਆਰਾ ਸਤਿਗੁਰੂ ਜੀ ਨੇ ਸੰਗਤਾਂ ਨੂੰ ਜਿਹੜੀ ਹੈ ਗੁਰੂ ਬਾਬਾ ਜੀ ਦੇ ਦਰ ਘਰ ਦੀ ਸੇਵਾ, ਉਸ ਦੀ ਮਹਿਮਾ ਜਣਾਉਣੀ ਕੀਤੀ ਸੀ। ਇਹ ਸਤਿਗੁਰੂ ਜੀ ਦੇ ਕੌਤਕ ਸੁਣਦਿਆਂ ਭਾਈ ਰਾਮ ਕੌਰ ਜੀ ਉਸ ਸਮੇਂ ਸਮਾਧਿਸ਼ਟ ਹੋ ਗਏ ਸਨ। ਇਤਿਆਦਿਕ ਪ੍ਰਸੰਗ ਪਿੱਛੇ ਆਇਆ। ਅਗੇ ਜਿਸ ਪ੍ਰਕਾਰ ਸਤਿਗੁਰਾਂ ਦੀ ਪਵਿੱਤਰ ਪਾਵਨ ਕਥਾ ਦੇ ਤਾਈਂ ਗ੍ਰੰਥ ਕਰਤਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਉਚਾਰਨ ਕਰਦੇ ਨੇ, ਆਪਣੇ ਮਨਾਂ ਨੂੰ ਇਕਾਗਰ ਕਰਦੇ ਹੋਏ ਆਲਸ ਤੋਂ ਸਾਵਧਾਨ ਹੋ ਕਰਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਇਤਨੀ ਕਥਾ ਉਚਾਰ ਸੁਨਾਈ। ਜਦੋਂ ਭਾਈ ਰਾਮ ਕੌਰ ਜੀ ਨੇ ਇਹੋ ਜੀ ਬੜੀ ਪਵਿੱਤਰ ਪਾਵਨ ਕਥਾ ਸੰਗਤਾਂ ਨੂੰ ਆਪਣੀ ਰਸਨਾ ਤੋਂ ਸੁਣਾਉਣੀ ਕੀਤੀ ਹੈ। ਪ੍ਰੇਮ ਸਮਾਦ ਹਿਰਦੈ ਹੋਇ ਆਈ। ਇਤਨਾ ਪ੍ਰੇਮ ਭਾਈ ਰਾਮ ਕੌਰ ਜੀ ਦੇ ਹਿਰਦੇ ਦੇ ਅੰਦਰ ਜਦੋਂ ਪੈਦਾ ਹੋ ਗਿਆ, ਉਸੇ ਵਕਤ ਸਮਾਧੀ ਦੇ ਵਿੱਚ ਲੀਨ ਹੋ ਗਏ ਸਨ। ਰਾਮ ਕੋਇਰ ਮੁਦਰਤ ਕਰ ਨੈਣ। ਭਾਈ ਰਾਮ ਕੌਰ ਜੀ ਨੇ ਆਪਣੇ ਜਿਹੜੇ ਦੋਵੇਂ ਨੇਤਰ ਬੰਦ ਕਰ ਲਏ ਹਨ। ਬੈਠਿਓ ਅਚਲ ਕਹਿ ਕੋ ਬੈਨ। ਜਦੋਂ ਆਪ ਹੀ ਅਚਲ ਹੋ ਕਰਕੇ ਬਹਿ ਗਏ, ਫਿਰ ਖਾਲਸੇ ਨੂੰ ਬਚਨ ਕਿਹਨੇ ਸੁਣਾਉਣੇ ਸਨ? ਸਭ ਸਰੋਤਾ ਮਨ ਆਨੰਦ ਪਾਈ। ਸਾਰੇ ਜਿਹੜੇ ਸਰੋਤੇ ਮਨ ਦੇ ਵਿੱਚ ਬੜਾ ਆਨੰਦ ਪ੍ਰਾਪਤ ਕਰਕੇ ਆਪਣੇ ਆਪਣੇ ਥਾਨ ਸਿਧਾਈ। ਪ੍ਰੇਮੀ ਸੰਗਤਾਂ ਭਾਈ ਰਾਮ ਕੌਰ ਜੀ ਨੂੰ ਸਮਾਧੀ ਦੇ ਵਿੱਚ ਲੀਨ ਹੋਇਆ ਦੇ ਕਰਕੇ ਆਪੋ ਆਪਣੇ ਘਰਾਂ ਨੂੰ ਵਾਪਸ ਚਲੇ ਗਏ ਸੀ। ਪਾਛਲ ਪਹਿਰ ਦਿਵਸ ਕੋ ਹੁਤੋ। ਉਹ ਸਮੇਂ ਜਿਹੜਾ ਦਿਨ ਦਾ ਪਿਛਲਾ ਪੈਰ ਹੋ ਚੁੱਕਿਆ ਸੀ, ਜਦੋਂ ਭਾਈ ਰਾਮ ਕੌਰ ਜੀ ਨੇ ਜੜੀ ਨਿਰਵਿਕਲਪ ਸਮਾਧੀ ਲਗਾ ਲਈ ਹੈ। ਬੁੱਢਾ ਤਬ ਸਮਾਧ ਮਹਿ ਜਿਤੋ। ਔਰ ਭਾਈ ਰਾਮ ਕੌਰ ਜੀ ਉਸ ਆਨੰਦ ਦੇ ਵਿੱਚ ਲੀਨ ਹੋ ਗਏ ਸਨ। ਸਰਬ ਜਾਮਨੀ ਤਿਵੈ ਬਿਤਾਈ। ਸਾਰੀ ਰਾਤ ਭਾਈ ਰਾਮ ਕੌਰ ਜੀ ਨੇ
ਸਮਾਧੀ ਦੇ ਵਿੱਚ ਬੈਠਿਆ ਹੋਇਆ ਬਤੀਤ ਕਰ ਦਿੱਤੀ ਹੈ। ਜਾਗੇ ਜਬ ਪ੍ਰਭਾਤ ਹੋਈ ਆਈ। ਜਦੋਂ ਪੌ ਫਟਾਲਾ ਹੋਇਆ ਉਸ ਸਮੇਂ ਭਾਈ ਰਾਮ ਗੋਇਰ ਜੀ ਦੀ ਸਮਾਧੀ ਖੁੱਲੀ ਹੈ। ਉੱਠ ਕਰ ਸੌਚ ਸਮੇਤ ਇਸ਼ਨਾਨੀ। ਫਿਰ ਉੱਠ ਕਰਕੇ ਭਾਈ ਰਾਮ ਗੋਇਰ ਜੀ ਨੇ ਇਸ਼ਨਾਨ ਵਗੈਰਾ ਕੀਤਾ ਸੀ। ਫਿਰੇ ਆਨ ਆਸਨ ਜਿਸ ਸਥਾਨੀ। ਜਿਸ ਆਸਣ ਦੇ ਉੱਪਰ ਬੈਠ ਕਰਕੇ ਆਪ ਜੀ ਰੋਜ਼ਾਨਾ ਸੰਗਤਾਂ ਨੂੰ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਦੀ ਪਵਿੱਤਰ ਪਾਵਨ ਕਥਾ ਸੁਣਾਇਆ ਕਰਦੇ। ਉਸ ਆਸਣ ਦੇ ਉੱਪਰ ਆ ਕਰਕੇ ਬੈਠ ਗਏ ਹਨ। ਸੁਨਨ ਹੀਤ ਸਰੋਤਾ ਚੱਲ ਆਈ। ਸਰੋਤਿਆਂ ਨੂੰ ਵੀ ਪਤਾ ਲੱਗ ਗਿਆ ਵੀ ਰਾਮ ਗੋਇਰ ਜੀ ਸਮਾਧੀ ਤੋਂ ਉਥਾਨ ਹੋ ਚੁੱਕੇ ਹਨ। ਗੁਰ ਚਰਿੱਤਰ ਜਿਨ ਕੇ ਮਨ ਭਾਈ। ਜਿਨ੍ਹਾਂ ਦੇ ਹਿਰਦੇ ਦੇ ਅੰਦਰ ਜੋ ਸਤਿਗੁਰੂ ਜੀ ਦੀ ਲੀਲਾ ਹੈ, ਮਹਾਰਾਜ ਦੇ ਬੜੇ ਅਚਰਜ ਕੌਤਕ ਭਾਉਂਦੇ ਹਨ, ਉਹ ਸਰੋਤੇ ਭਾਈ ਰਾਮ ਗੋਇਰ ਜੀ ਦੇ ਪਾਸ ਪਹੁੰਚ ਗਏ ਹਨ। ਸੰਮਤ 1781। ਕਵੀ ਜੀ ਨੇ ਇਹ ਸੰਮਤ ਲਿਖਿਆ ਵੀ ਥੋੜਾ ਜਿਹਾ ਟਪਲਾ ਆਪਣੇ ਵੱਲੋਂ ਖਾਧਾ ਹੈ। ਇਹ ਸਾਰੀ ਜਿਹੜੀ ਕਥਾ ਭਾਈ ਸਾਹਿਬ ਜੀ ਨੇ 100 ਸਾਖੀ ਦੇ ਵਿੱਚੋਂ ਲੈ ਕਰਕੇ ਲਿਖੀ ਹੈ। ਜੋ ਵੀ ਸਨ ਨੇ ਤਰੀਕਾਂ ਵਗੈਰਾ ਵੀ ਕਰੇ ਅੱਗੇ ਪਿੱਛੇ ਹੋ ਜਾਂਦੀਆਂ ਹਨ। ਜੇਠ ਮਾਸ ਇਹੋ ਕਥਾ ਪ੍ਰਕਾਸ਼ੀ। ਜੇਠ ਦੇ ਮਹੀਨੇ ਦੇ ਵਿੱਚ ਭਾਈ ਰਾਮ ਗੋਇਰ ਜੀ ਨੇ ਇਹ ਸਤਿਗੁਰੂ ਜੀ ਦੀ ਜਿਹੜੀ ਕਥਾ ਖਾਲਸੇ ਨੂੰ ਸੁਣਾਈ ਸੀ। ਸਿੰਘ ਸਿੱਖਣ ਕੋ ਲੱਗਿਓ ਦੀਵਾਨ। ਜਦੋਂ ਸੰਗਤਾਂ ਦਾ ਬੜਾ ਭਾਰੀ ਦੀਵਾਨ ਸਜ ਚੁੱਕਿਆ ਸੀ। ਰਾਮ ਕੋਇਰ ਤਬ ਕਰਤ ਬਖਾਨ। ਭਾਈ ਰਾਮ ਗੋਇਰ ਜੀ ਉਸੇ ਤਰ੍ਹਾਂ ਫਿਰ ਬੈਠ ਕਰਕੇ ਆਪਣੀ ਰਸਨਾ ਤੋਂ ਮਹਾਰਾਜ ਦਾ ਜਿਹੜਾ ਪਾਵਨ ਇਤਿਹਾਸ ਖਾਲਸੇ ਨੂੰ ਸੁਣਾਉਣ ਲੱਗ ਪਏ ਹਨ। ਭੋਲ ਚੋਕ ਮੁਝ ਤੇ ਜਹ ਹੋਈ। ਸੰਗਤਾਂ ਦੇ ਅੱਗੇ ਬੇਨਤੀ ਕਰਦੇ ਨੇ ਵੀ ਅਗਰ ਕੋਈ ਮੇਰੇ ਪਾਸੋਂ ਭੁੱਲ ਜਾਂ ਚੁੱਕ ਹੋ ਗਈ ਹੈ, ਗੁਰ ਬਖਸ਼ਿੰਦ ਬਖਸ਼ ਹੈ ਸੋਈ। ਸਤਿਗੁਰੂ ਜੀ ਤਾਂ ਸਦਾ ਵਾਸਤੇ ਦਿਆਲੂ ਨੇ, ਕਿਰਪਾਲੂ ਨੇ, ਆਪਣੇ ਸੇਵਕਾਂ ਦਾਸਾਂ ਦੇ ਵੱਡੇ ਵੱਡੇ ਗੁਨਾਹਾਂ ਨੂੰ ਵੀ ਬਖਸ਼ ਦਿੰਦੇ ਹਨ। ਅਗਮ ਅਗਾਧ ਗੁਰੂ ਇਤਿਹਾਸ। ਜੋ ਹੈ ਸਤਿਗੁਰੂ ਜੀ ਦਾ ਇਤਿਹਾਸ ਇਹ ਬਹੁਤ ਜ਼ਿਆਦਾ ਸਾਗਰ ਦੇ ਸਮਾਨ ਅਗਮ ਅਗਾਧ ਹੈ। ਨਰ ਬਪਰੇ ਕੀ ਬੁੱਧ ਕਹਾਂ ਸੋ। ਹੁਣ ਮੇਰੇ ਵਰਗੇ ਆਮ ਪ੍ਰਾਣੀ ਸਤਿਗੁਰੂ ਜੀ ਦੇ ਅਗਮ ਅਗਾਧ ਇਤਿਹਾਸ ਨੂੰ ਕਿਵੇਂ ਸੰਪੂਰਨ ਤੌਰ ਤੇ ਸੁਣਾ ਸਕਦੇ ਹਨ। ਜਥਾ ਸਮੁੰਦਰ ਨਾ ਸੀਪ ਉਲੀਚੈ। ਜਿਵੇਂ ਕਹਿੰਦਾ ਵੱਡੇ ਵੱਡੇ ਸਮੁੰਦਰ ਨੂੰ ਕੋਈ ਸਿੱਪੀਆਂ ਦੇ ਨਾਲ ਉਲੀਚ ਨਹੀਂ ਸਕੇਗਾ। ਤਾਰੇ ਜਿਮ ਅਸੰਖ ਨਭ ਬੀਚੈ। ਜਿਹੜੇ ਆਕਾਸ਼ ਦੇ ਵਿੱਚ ਤਾਰੇ ਚੜੇ ਹੋਏ ਹਨ ਉਹਨਾਂ ਦੀ ਵੀ ਕੋਈ ਗਿਣਤੀ ਨਹੀਂ ਕੀਤੀ ਜਾ ਸਕਦੀ ਹੈ। ਤਥਾ ਕਥਾ ਗੁਰ ਬਰਨ ਕੌਣ। ਇਸੇ ਤਰ੍ਹਾਂ ਜੋ ਸਤਿਗੁਰੂ ਜੀ ਦੇ ਕੌਤਕ ਉਹਨਾਂ ਨੂੰ ਸੰਪੂਰਨ ਤੌਰ ਤੇ ਕਿਹੜਾ ਆਪਣੀ ਰਸਨਾ ਤੋਂ ਕਹਿ ਸਕਦਾ ਹੈ। ਕਹਿਤ ਸੁਨਤ ਸਿੱਖਨ ਸੁਖ ਪਾਉਨ। ਪਰ ਜਿਹੜੇ ਕਹਿਣ ਔਰ ਸੁਣਨ ਵਾਲੇ ਪ੍ਰੇਮੀ ਨੇ ਉਹਨਾਂ ਨੂੰ ਮਹਾਰਾਜ ਦੇ ਚਰਨਾਂ 'ਚੋਂ ਬੜੇ ਸੁੱਖ ਵੀ ਪ੍ਰਾਪਤ ਹੋ ਜਾਂਦੇ ਹਨ। ਸਕਲ ਕਾਮਨਾ ਪੂਰਨ ਹਾਰੀ। ਸਤਿਗੁਰੂ ਜੀ ਦੀ ਜਿਹੜੀ ਹੈ ਪਾਵਨ ਕਥਾ ਗੁਰ ਸਿੱਖਾਂ ਦੀ ਜਿਹੜੀ ਕਾਮਨਾ ਹੈ ਉਹਨੂੰ ਵੀ ਪੂਰਨ ਕਰਨ ਵਾਲੀ ਹੈ। ਸਿੱਖੀ ਹੋਈ ਸ਼ਰਧਾ ਉਰ ਭਾਰੀ। ਜਿਹੜੇ ਪਿਆਰ ਦੇ ਨਾਲ ਸੁਣਨ ਵਾਲੇ ਜਗਿਆਸੂ ਉਹਨਾਂ ਨੂੰ ਸਿੱਖੀ ਵੀ ਪ੍ਰਾਪਤ ਹੋ ਜਾਏਗੀ। ਜਿਨ੍ਹਾਂ ਨੂੰ ਸਿੱਖੀ ਪ੍ਰਾਪਤ ਹੋ ਗਈ ਉਹਨਾਂ ਦੇ ਮਨ ਦੇ ਅੰਦਰ ਬੜੀ ਸ਼ਰਧਾ ਭਾਵਨਾ ਆਪਣੇ ਆਪ ਹੀ ਪੈਦਾ ਹੋ ਜਾਣੀ ਹੈ। ਗੁਰ ਕਰੁਣਾ ਤੇ ਚਾਰ ਪਦਾਰਥ। ਦਸ਼ਮੇਸ਼ ਪਿਤਾ ਦੀ ਕਿਰਪਾ ਦੇ ਨਾਲ ਵੱਡੇ ਭਾਗਾਂ ਵਾਲੇ 4 ਪਦਾਰਥ ਵੀ ਪ੍ਰਾਪਤ ਕਰ ਸਕਦੇ ਹਨ। ਪਾਏ ਕਥਾ ਤੇ ਪੁਰਬਹਿ ਸਾਰਥ। ਕਥਾ ਸੁਣ ਕਰਕੇ ਜਗਿਆਸੂਆਂ ਦੇ ਗੁਰਮੁਖਾਂ ਦੇ
ਆ ਜਿਹੜੇ ਵੱਡੇ ਵੱਡੇ ਕਾਰਜ ਉਹ ਵੀ ਪੂਰੇ ਹੋ ਜਾਂਦੇ ਹਨ। ਸੁਨੋ ਪ੍ਰੀਤ ਕਰ ਸ਼ਰੋਤਾ ਸਾਰੀ। ਭਾਈ ਰਾਮ ਕੌਰ ਜੀ ਜੋ ਸਤਿਗੁਰੂ ਜੀ ਦੀ ਲੀਲਾ ਨੂੰ ਉਚਾਰਨ ਕਰਦਿਆਂ ਹੋਇਆਂ ਆਪਣੇ ਵੱਲੋਂ ਬੇਨਤੀ ਕਰਦੇ ਹਨ। ਕਹੋ ਕਥਾ ਗੁਰ ਕੀ ਵਿਸਤਾਰੀ। ਵੀ ਜੋ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਦਾ ਇਤਿਹਾਸ ਬਹੁਤ ਹੀ ਵਿਸਤਾਰ ਦੇ ਸਹਿਤ ਹੈ। ਭੀਮ ਚੰਦ ਤੇ ਆਦ ਪਹਾੜੀ। ਉਧਰੋਂ ਭੀਮ ਚੰਦ ਤੋਂ ਲੈ ਕੇ ਜੋ ਵੀ ਇਸ ਇਲਾਕੇ 'ਚ ਵੱਡੀਆਂ ਵੱਡੀਆਂ ਰਿਆਸਤਾਂ ਦੇ ਰਾਜੇ ਬਣੇ ਹੋਏ ਸੀ। ਦਿੱਲੀ ਪਠਿਓ ਵਕੀਲ ਅਗਾਰੀ। ਇਹਨਾਂ ਨੇ ਪਹਿਲਾਂ ਆਪਣਾ ਇੱਕ ਵਕੀਲ ਦਿੱਲੀ ਸ਼ਹਿਰ ਭੇਜਿਆ ਹੋਇਆ ਸੀ। ਤਿੰਨ ਕਹਿ ਪਟਿਓ ਸਭਨ ਕੇ ਪਾਸ। ਸਾਰੇ ਪਹਾੜੀ ਰਾਜਿਆਂ ਨੇ ਇਕੱਠਿਆਂ ਹੋ ਕਰਕੇ ਨਾ ਆਪਣੇ ਵੱਲੋਂ ਇਹ ਜਿਹੜਾ ਵਕੀਲ ਦਿੱਲੀ ਸ਼ਹਿਰ 'ਚ ਪਹਿਲਾਂ ਕਾਫੀ ਟਾਈਮ ਭੇਜਿਆ ਹੋਇਆ ਸੀ। ਖਰਚੇ ਦਰਬ ਕਾਜ ਹੋਏ ਰਾਸ। ਇਹਨਾਂ ਨੇ ਸੋਚਿਆ ਵੀ ਜਿਤਨਾ ਚਿਰ ਬੜੀ ਮਾਇਆ ਬੜਾ ਧਨ ਆ ਵੱਡੇ ਵੱਡੇ ਜਿਹੜੇ ਬਾਦਸ਼ਾਹ ਔਰੰਗਜ਼ੇਬ ਦੇ ਅੱਗੇ ਜਰਨੈਲ ਨਵਾਬ ਬਣਾਏ ਹੋਏ ਹਨ, ਉਤਨਾ ਚਿਰ ਤਾਂ ਆਪਣਾ ਕਿਸੇ ਨੇ ਕੰਮ ਨਹੀਂ ਨਾ ਸਾਰਨਾ। ਜਦੋਂ ਇਹਨਾਂ ਨੂੰ ਉਹ ਰਿਸ਼ਵਤ ਦਿੱਤੀ ਜਾਏਗੀ ਤਾਂ ਫਿਰ ਕਿਤੇ ਜਾ ਕਰਕੇ ਇਹਨਾਂ ਨੇ ਆਪਣੀ ਗੱਲ ਸੁਣਨੀ ਹੈ। ਸ਼ਾਹੋ ਨਿਕਟ ਸੂਬੇ ਸੁਧ ਲਿਖੀ। ਉਸ ਸਮੇਂ ਬਾਦਸ਼ਾਹ ਔਰੰਗਜ਼ੇਬ ਜਿਹੜਾ ਬੜੇ ਲੰਮੇ ਸਮੇਂ ਤੋਂ ਦੱਖਣ ਦੇ ਵੱਲ ਗਿਆ ਹੋਇਆ ਸੀ, ਉਹ ਸਾਰੀ ਰਿਪੋਰਟ ਬਾਦਸ਼ਾਹ ਔਰੰਗਜ਼ੇਬ ਦੇ ਪਾਸ ਵੀ ਚਾਰੇ ਪਾਸਿਆਂ ਤੋਂ ਆਇਆ ਕਰਦੀ ਸੀ। ਇਹਨੂੰ ਵੀ ਪਤਾ ਲੱਗਿਆ ਕਿ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਸਾਹਿਬਜ਼ਾਦੇ ਉਹਨਾਂ ਦਾ ਸੰਸਾਰ ਦੇ ਅੰਦਰ ਬੜਾ ਤੇਜ ਪ੍ਰਤਾਪ ਵੱਧ ਚੁੱਕੀ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਪਾਸ ਘੋੜੇ ਵੀ ਹਾਥੀ ਵੀ ਵੱਡੇ ਵੱਡੇ ਤੋਂ ਵੇਲੇ ਬੜੀਆਂ ਫੌਜਾਂ ਵੀ ਆਪਣੇ ਪਾਸ ਰੱਖ ਲਈਆਂ ਹਨ। ਇਹ ਸਾਰੀ CID ਬਾਦਸ਼ਾਹ ਔਰੰਗਜ਼ੇਬ ਦੇ ਪਾਸ ਤਾਂ ਪਹੁੰਚਿਆ ਕਰਦੀ ਸੀ, ਪਰ ਜਦੋਂ ਭੀਮ ਚੰਦ ਵਰਗਿਆਂ ਨੇ ਦੇਖਿਆ ਵੀ ਸਤਿਗੁਰੂ ਜੀ ਦੇ ਉੱਪਰ ਸਾਡਾ ਕਦੇ ਵੀ ਕੋਈ ਇਹੋ ਜਿਹਾ ਪ੍ਰਭਾਵ ਨਹੀਂ ਪੈਣਾ ਹੈ, ਤਉ ਜਾਈ ਐਸੀ ਕੁਛ ਦਿਖੀ। ਫਿਰ ਵੀ ਭੀਮ ਚੰਦ ਵਰਗਿਆਂ ਨੇ ਬੜੀ ਮਾਇਆ ਬੜਾ ਧਨ ਜਦੋਂ ਸੂਬੇ ਦੇ ਪਾਸ ਭੇਜਣ ਦੇ ਲਈ ਸਲਾਹ ਕੀਤੀ ਹੈ। ਪਠਹਿ ਨ ਸੈਨ ਬਿਨਾ ਧਨ ਲੀਨੇ। ਇਹਨਾਂ ਨੇ ਕਈ ਦਫਾ ਪਹਿਲਾਂ ਆਪਣੇ ਵੱਲੋਂ ਸੁਨੇਹੀ ਵੀ ਭੇਜੇ ਸਨ। ਕਹਿ ਕਰ ਇੱਕ ਦਵੈ ਬਾਰ ਪਤੀਨੇ। ਇੱਕ ਦੋ ਵਾਰੀ ਆਪਣੇ ਵਕੀਲ ਆਪਣੇ ਦੋਸਤ ਭੇਜ ਕਰਕੇ ਪਰਖ ਕਰ ਲਈ ਵੀ ਜਿਹੜਾ ਸਾਰਿਆਂ ਨਾਲੋਂ ਇਹ ਵੱਡਾ ਗਵਰਨਰ ਹੈ ਦਿੱਲੀ ਦਾ, ਉਹਨੇ ਸਾਡੀਆਂ ਗੱਲਾਂ ਦਾ ਅਜੇ ਤੱਕ ਕੋਈ ਵੀ ਅਸਰ ਨਹੀਂ ਕੀਤਾ ਹੈ। ਭੀਮ ਚੰਦ ਸਭ ਸੰਗ ਵਿਚਾਰਾ। ਬੈਠ ਕਰਕੇ ਭੀਮ ਚੰਦ ਸਾਰੇ ਰਾਜਿਆਂ ਦੇ ਨਾਲ ਵਿਚਾਰ ਕਰਨ ਲੱਗਿਆ ਸੀ। ਦੇਬੇ ਹਿਤ ਧਨ ਸੰਚ ਉਚਾਰਾ। ਸਾਰਿਆਂ ਨੇ ਫਿਰ ਰਿਸ਼ਵਤ ਦੇਣ ਦੇ ਲਈ ਬਹੁਤ ਸਾਰੀ ਮਾਇਆ ਬੜਾ ਧਨ ਇਕੱਠਾ ਕਰ ਲਿਆ ਸੀ। ਸਭ ਤੇ ਕਰ ਇਕੱਤਰ ਪਠ ਦੀਨ। ਬੜੀ ਮਾਇਆ ਇਕੱਠੀ ਕਰਕੇ ਨਾ ਸਾਰਿਆਂ ਨੇ ਫਿਰ ਜਿਹੜਾ ਸੀ ਦਿੱਲੀ ਦਾ ਵੱਡਾ ਨਵਾਬ ਗਵਰਨਰ ਉਹਦੇ ਪਾਸ ਭੇਜ ਦਿੱਤੀ ਹੈ। ਬੇਨਤੀ ਲਿਖੀ ਅਦਕ ਬਨ ਦੀਨ। ਬੜੀ ਦੇਨ ਤਾਈ ਜਿਵੇਂ ਕਿਸੇ ਦੇ ਅੱਗੇ ਲੈ ਲੜੀਆਂ ਕੱਢੀਆਂ ਹਨ, ਇਸੇ ਤਰ੍ਹਾਂ ਇਹਨਾਂ ਨੇ ਵੀ ਬੜੇ ਮਿੰਨਤਾਂ ਤਰਲੇ ਉਸ ਚਿੱਠੀ ਦੇ ਵਿੱਚ ਆਪਣੇ ਵੱਲੋਂ ਲਿਖੇ ਸਨ। ਜਿਨਹਿ ਕਰਹਿ ਸ਼ਾਹ ਸਹਾਈ। ਕਹਿ ਲਗੇ ਵੀ ਦੇਖੋ ਜੇਕਰ ਬਾਦਸ਼ਾਹ ਔਰੰਗਜ਼ੇਬ ਸਾਡੀ ਆ ਕਰਕੇ ਕੋਈ ਸਹਾਇਤਾ ਨਹੀਂ ਕਰੇਗਾ ਤਉ ਹਮ ਅਲੰਬ ਲਿਹ ਕਿਸ ਥਾਈ। ਫਿਰ ਅਸੀਂ ਇੱਥੇ ਰਹਿੰਦਿਆਂ ਹੋਇਆਂ ਹੋਰ ਕਿਸ ਦਾ
ਆਸਰਾ ਤੱਕਣਾ ਹੈ। ਸਦਾ ਆਸਰਾ ਵੱਡੋ ਹਮਾਰੀ। ਚਿੱਠੀ ਦੇ ਵਿੱਚ ਭੀਮ ਚੰਦ ਨੇ ਬੜੀਆਂ ਇਹੋ ਜਿਹੀਆਂ ਗੱਲਾਂ ਬਾਤਾਂ ਬਣਾ ਕੇ ਲਿਖੀਆਂ। ਇਹ ਬਾਦਸ਼ਾਹ ਸਲਾਮਤ, ਹੁਣ ਤੁਹਾਡੇ ਤੋਂ ਬਗੈਰ ਦੱਸੋ ਆਪਣੀਆਂ ਫਰਿਆਦਾਂ ਤੇ ਅਸੀਂ ਆਪਣੇ ਦੁੱਖ ਕਿਹਦੇ ਪਾਸ ਕਹਿ ਸਕਦੇ ਹਾਂ। ਤੁਮ ਸਮ ਸੋਭੇ ਸੁਖ ਦੋ ਉਦਾਰੀ। ਆ ਜਿਹੜੇ ਤੁਹਾਡੇ ਬਹੁਤ ਵੱਡੇ ਵੱਡੇ ਹੋਰ ਵੀ ਸੂਬੇ ਜਰਨੈਲ ਥਾਪੇ ਹੋਏ ਹਨ। ਇਤਿਆਦਿਕ ਲਿਖ ਪਠੀ ਬਣਾਈ। ਬਹੁਤ ਸਾਰੀਆਂ ਝੂਠੀਆਂ ਮੋਟੀਆਂ ਗੱਲਾਂ ਇਹਨਾਂ ਨੇ ਚਿੱਠੀ ਦੇ ਵਿੱਚ ਬਣਾ ਕਰਕੇ ਆਪਣੇ ਵੱਲੋਂ ਲਿਖ ਦਿੱਤੀਆਂ ਸਨ। ਲੱਖ ਰਜਤ ਪਨ ਜਮਾ ਕਰਾਈ। ਇਹਨਾਂ ਨੇ ਆਪਣੀ ਜਿਹੜੀ ਪੁਕਾਰ ਅੱਗੇ ਤੋਂ ਅੱਗੇ ਪਹੁੰਚਾਉਣ ਦੇ ਲਈ 1 ਲੱਖ ਰੁਪਈਆ ਆਪਣੇ ਵੱਲੋਂ ਔਰ ਰਿਸ਼ਵਤ ਦਾ ਦਿੱਤਾ ਸੀ। ਬੈਠ ਸਭਨ ਮਹਿ ਭਨੈ ਪ੍ਰਸੰਗ। ਸਾਰੇ ਰਾਜੇ ਹੁਣ ਇੱਕ ਮਿੱਕ ਹੋ ਗਏ ਹਨ। ਹਵਹਿ ਸ਼ਾਹੋ ਸੈਨ ਹਿਤ ਜੰਗ। ਕਹਿ ਲੱਗੇ ਵੀ ਦੇਖੋ, ਜਦੋਂ ਬਾਦਸ਼ਾਹ ਔਰੰਗਜ਼ੇਬ ਨੇ ਗੁਰੂ ਜੀ ਦੇ ਨਾਲ ਨਾ ਯੁੱਧ ਕਰਨ ਦੇ ਲਈ ਆਪਣੀ ਬਹੁਤ ਸਾਰੀ ਸੈਨਾ ਭੇਜ ਦੇਣੀ ਹੈ। ਲਰਹਿ ਗੁਰੂ ਕੋ ਦੇਹ ਨਿਕਾਸੀ। ਉਹਨਾਂ ਨੇ ਬਸ ਆਉਣ ਸਾਰ ਯੁੱਧ ਕਰਦਿਆਂ ਗੁਰੂ ਜੀ ਨੂੰ ਅਨੰਦਪੁਰ ਦੇ ਵਿੱਚੋਂ ਬਾਹਰ ਕੱਢ ਦੇਣਾ ਹੈ। ਤੁਮ ਬੈਠੀ ਪਿਖ ਲਿਹੋ ਤਮਾਸ਼ੀ। ਆਪਾਂ ਸਾਰਿਆਂ ਨੇ ਇੱਕ ਪਾਸੇ ਹੋ ਕੇ ਉਸ ਟਾਈਮ ਤੇ ਬੜਾ ਤਮਾਸ਼ਾ ਦੇਖਣਾ ਹੈ। ਦੇਨੋ ਦਰਬ ਸਫਲ ਹੀ ਜਾਨੋ। ਭੀਮ ਚੰਦ ਤੇ ਹੋਰ ਰਾਜੇ ਇਕੱਠੇ ਹੋ ਕਰਕੇ ਕਹਿਣ ਲੱਗੇ ਵੀ ਹੁਣ ਆਪਣਾ ਜਿਹੜਾ ਦਿੱਤਾ ਹੋਇਆ ਧਨ ਨਾ ਰਿਸ਼ਵਤ ਦਾ, ਇਹ ਸਫਲਾ ਵੀ ਹੋ ਜਾਣਾ ਹੈ। ਨਿਤ ਕੋ ਜੰਗ ਮਿਟਹਿ ਹਿਤ ਠਾਨੋ। ਉਹ ਜਿਹੜੇ ਰੋਦ ਛੋਟੇ ਵੱਡੇ ਜੰਗ ਜੁੱਧ ਹੁਣ ਸਦਾ ਦੇ ਲਈ ਖਤਮ ਹੋ ਜਾਣੇ ਹਨ। ਹਿਮ ਕਹਿ ਨਿਜ ਮਹਿ ਹਰ ਕੋ ਪਾਵੈ। ਹੁਣ ਸਾਰੇ ਪਹਾੜੀ ਰਾਜੇ ਇਕੱਠੇ ਹੋ ਕੇ ਬੜੀਆਂ ਖੁਸ਼ੀਆਂ ਮਨਾਉਣ ਲੱਗ ਪਏ ਸੀ। ਕਰਹਿ ਪ੍ਰਤੀਖਨ ਦਲ ਕਬ ਆਵੈ। ਹੁਣ ਬਾਦਸ਼ਾਹ ਔਰੰਗਜ਼ੇਬ ਦੀ ਜਿਹੜੀ ਸੈਨਾ ਹੈ ਉਹਦੀ ਸਾਰੇ ਰਾਜੇ ਉਡੀਕ ਕਰਨ ਲੱਗ ਪਏ ਹਨ। ਦਿੱਲੀ ਮਹਿ ਪਹੁੰਚਿਓ ਧਨ ਜਾਈ। ਜਦੋਂ ਲੱਖਾਂ ਦੀ ਗਿਣਤੀ ਦੇ ਵਿੱਚ ਮਾਇਆ ਧਨ ਦਿੱਲੀ ਸ਼ਹਿਰ ਦੇ ਵਿੱਚ ਪਹੁੰਚ ਗਿਆ ਸੀ। ਸੂਬੇ ਪਾਸ ਦਿਓ ਸਮੁਦਾਈ। ਸਾਰੀ ਹੈ ਜਿਹੜੀ ਮਾਇਆ ਧਨ ਰਿਸ਼ਵਤ ਦਾ ਸੂਬੇ ਦੇ ਪਾਸ ਜਾ ਕਰਕੇ ਵਕੀਲ ਨੇ ਰੱਖ ਦਿੱਤਾ ਸੀ। ਕਰ ਲਾਲਚ ਤਿਨ ਸਗਰੋ ਲੀਨ। ਹੁਣ ਇਹਨੇ ਵੀ ਉਹ ਲੋਭ ਲਾਲਚ ਨੂੰ ਧਾਰਨ ਕਰਦਿਆਂ ਹੋਇਆ ਲੱਖਾਂ ਰੁਪਈਆ ਆਪਣੇ ਪਾਸ ਜਮ੍ਹਾਂ ਕਰ ਲਿਆ ਸੀ। ਸੈਨਾ ਪਠਨ ਮਨੋਰਥ ਕੀਨ। ਜਦੋਂ ਮਾਇਆ ਔਰ ਰਿਸ਼ਵਤ ਮਿਲ ਗਈ ਉਸੇ ਬਾਅਦ ਇਹ ਜਿਹੜਾ ਵੱਡਾ ਸੂਬਾ ਦਿੱਲੀ ਦਾ ਫੌਜਾਂ ਨੂੰ ਭੇਜਣ ਦੇ ਲਈ ਤਿਆਰ ਹੋ ਗਿਆ ਸੀ। ਦੀਨਾ ਬੇਗ ਮੁਗਲ ਅਹੰਕਾਰੀ। ਇੱਕ ਦੀਨਾ ਨਾਮ ਦਾ ਜਿਹੜਾ ਬੇਗ ਬੜਾ ਹੰਕਾਰੀ, ਜਿਹਦੇ ਮਨ ਦੇ ਵਿੱਚ ਬੜਾ ਮਾਣ ਭਰਿਆ ਹੋਇਆ ਸੀ। ਮਨ ਸਭ ਜਿਸ ਕੋ 5000। ਦੀਨਾ ਬੇਗ ਦਾ ਜਿਹੜਾ ਮੁਰਾਤਬਾ ਬਾਦਸ਼ਾਹ ਔਰੰਗਜ਼ੇਬ ਨੇ 5000 ਦਾ ਕੀਤਾ ਹੋਇਆ ਸੀ। 5000 ਦੀ ਗਿਣਤੀ ਦੇ ਵਿੱਚ ਜਿਹੜੀ ਫੌਜ ਇਹਦੇ ਅਧੀਨ ਰਹਿੰਦੀ ਸੀ। ਤਿਸ ਹੈ ਬੁਲਾਈ ਕੀਨ ਸਨਮਾਨਾ। ਉਸੇ ਵਕਤ ਸੂਬੇ ਨੇ ਦੀਨਾ ਬੇਗ ਨੂੰ ਪਾਸ ਬੁਲਾ ਕਰਕੇ ਬੜਾ ਦਾ ਮਾਣ ਸਤਿਕਾਰ ਕੀਤਾ ਸੀ। ਸ਼ਸਤਰ ਬਸਤਰ ਦੀ ਕਾਜ ਬਖਾਨਾ। 72 ਦੇ ਕਰਕੇ ਦੀਨਾ ਬੇਗ ਨੂੰ ਸਾਰੀ ਆਪਣੇ ਵੱਲੋਂ ਗੱਲਬਾਤ ਸਮਝਾ ਦਿੱਤੀ ਹੈ। ਕਾਹ ਲੂਰ ਕੀ ਦੋਨ ਸਿਧਾਰੋ। ਕਹਿ ਲਗਾ ਵੀ ਦੇਖ ਤੇ ਬਹੁਤ ਸਾਰੀ ਸੈਨਾ ਲੈ ਕਰਕੇ ਫਿਰ ਕਹਿਲੂਰ ਰਿਆਦ ਦੇ ਵਿੱਚ ਪਹੁੰਚਣਾ ਹੈ। ਤਹਿ ਰਾਜਨ ਕੋ ਕਾਜ ਸੁਧਾਰੋ। ਉਥੇ ਪਹਾੜੀ ਰਾਜਿਆਂ ਦੇ ਬਹੁਤ ਵੱਡੇ ਵੱਡੇ ਜਿਹੜੇ ਕੰਮ ਰੁਕੇ ਹੋਏ ਹਨ ਉਹ ਤਾਂ ਫਿਰ ਸਾਰੇ ਹੀ ਪੂਰੇ ਕਰ ਦੇਣੇ ਨੇ। ਕੁਛ ਕਿਸੈਨ ਸ੍ਰੀ ਗੁਰੂ ਹਜੂਰ। ਗੁਰੂ ਜੀ ਦੇ ਪਾਸ ਥੋੜੀ ਜੀ ਜਿਹੜੀ ਫੌਜ ਆਨੰਦਪੁਰ ਦੇ ਵਿੱਚ ਰੱਖੀ ਹੋਈ ਹੈ, ਪਾਈ ਰਖਿਓ ਤਿਸ ਦੇਸ਼ ਪਤੂਰ। ਪਰ ਫਿਰ ਵੀ ਗੁਰੂ ਜੀ ਨੇ ਥੋੜੀ ਜੀ ਸੈਨਾ ਹੋਣ ਦੇ ਬਾਵਜੂਦ
ਉਹਨਾਂ ਨੇ ਤਾਂ ਸਾਰੇ ਇਲਾਕੇ ਦੇ ਵਿੱਚ ਬੜਾ ਫਤੂਰ ਪਾਇਆ ਹੋਇਆ ਹੈ। ਹਜਰਤ ਕੋ ਆਇਓ ਪਰਵਾਨਾ, ਉਸੇ ਵਕਤ ਕਹਿ ਲੱਗਿਆ ਵੀ ਆ ਬਾਦਸ਼ਾਹ ਔਰੰਗਜ਼ੇਬ ਦਾ ਪਰਵਾਨਾ ਉਹ ਵੀ ਮੇਰੇ ਪਾਸ ਪਹੁੰਚ ਚੁੱਕਿਆ ਹੈ। ਕਰੋ ਪ੍ਰਾਤ ਕੋ ਤਹ ਪ੍ਰਸਥਾਨਾ, ਤੁਸੀਂ ਬੜੀ ਸੈਨਾ ਲੈ ਕਰਕੇ ਕੱਲ ਨੂੰ ਹੀ ਕਹਿਲੋਰ ਰਿਆਦ ਦੇ ਵੱਲ ਚੱਲ ਪੈਣਾ ਹੈ। ਦੂਸਰ ਪੈਂਡੇ ਖਾਂ ਉਮਰਾਈ, ਦੂਜਾ ਇੱਕ ਪਿੰਡੇ ਖਾਨ ਨਾਮ ਦਾ ਜਿਹੜਾ ਬਹੁਤ ਵੱਡਾ ਅਹਿਲਕਾਰ, ਉਹਨੂੰ ਵੀ ਇਹਦੇ ਨਾਲ ਹੀ ਤਿਆਰ ਕਰ ਦਿੱਤਾ ਸੀ। ਤਿਸ ਕੋ ਤਿਮ ਹੀ ਨਿਕਟ ਬੁਲਾਈ, ਹੁਣ ਜਿਹੜਾ ਬਾਦਸ਼ਾਹ ਔਰੰਗਜ਼ੇਬ ਨੇ ਆਪਣਾ ਸਾਰਿਆਂ ਨਾਲੋਂ ਵੱਡਾ ਸੂਬਾ ਦਿੱਲੀ ਸ਼ਹਿਰ ਦੇ ਵਿੱਚ ਥਾਪਿਆ ਹੋਇਆ ਸੀ, ਉਹਨੇ ਫਿਰ ਆ ਦੂਜਾ ਹੋਰ ਆਪਣਾ ਇੱਕ ਅਹਿਲਕਾਰ ਬੁਲਾ ਲਿਆ ਹੈ। ਤੇ ਸਮ ਇਹ ਪੀ 5000 ਇਹ ਵੀ 5000 ਫੌਜ ਦਾ ਮਾਲਕ ਬਣਿਆ ਹੋਇਆ ਸੀ। ਸਾਦਰ ਚੜਬੇ ਹੇਤ ਉਚਾਰੀ, ਹੁਣ ਇਹਨੂੰ ਵੀ ਬੜੇ ਅਦਬ ਸਤਿਕਾਰ ਦੇ ਨਾਲ ਚੜਾਈ ਕਰਨ ਵਾਸਤੇ ਇਸ ਵੱਡੇ ਸੂਬੇ ਨੇ ਬਾਦਸ਼ਾਹ ਔਰੰਗਜ਼ੇਬ ਦਾ ਜਿਹੜਾ ਉਹ ਪਰਵਾਨਾ ਆਪਣੇ ਵੱਲੋਂ ਦਿਖਾ ਦਿੱਤਾ ਸੀ। ਸ਼ਾਹੋ ਤਰਪਤੀ ਬਖਸ਼ਿਸ਼ ਕਰੀ, ਬਾਦਸ਼ਾਹ ਔਰੰਗਜ਼ੇਬ ਦੇ ਵੱਲੋਂ ਦੋਵੇਂ ਹੀ ਵੱਡੇ ਵੱਡੇ ਇਹਨਾਂ ਨਵਾਬਾਂ ਨੂੰ ਆਪਣੇ ਵੱਲੋਂ ਬੜੀਆਂ ਬਖਸ਼ਿਸ਼ਾਂ ਕਰ ਦਿੱਤੀਆਂ ਨੇ। ਘੋੜੇ ਵੀ ਸਾਤਰ ਹੋਰ ਬੜੀ ਮਾਇਆ ਦਾ ਵੀ ਲਾਲਚ ਦੇ ਦਿੱਤਾ ਸੀ। ਦੋਨੋਂ ਤਿਆਰ ਭਏ ਬਿਦ ਖਰੀ, ਦੋਵੇਂ 5-5 ਦੇ ਮਾਲਕ ਤਿਆਰ ਹੋ ਗਏ ਹਨ। ਗੁਲਕਾਂ ਬਹੁ ਬਰੂਦ ਬਰਤਾਈ, ਇਸੇ ਤਰ੍ਹਾਂ ਆਪਣੇ ਜਵਾਨਾਂ ਨੂੰ ਸਿਪਾਹੀਆਂ ਨੂੰ ਉਸੇ ਵਕਤ ਬਰੂਦ ਵੀ ਹੈ, ਗੋਲੀਆਂ ਬੰਦੂਕਾਂ ਜੋ ਵੀ ਕਿਸੇ ਨੂੰ ਸਾਤਰ ਦੀ ਲੋੜ ਸੀ ਬੜੇ ਖੁੱਲੇ ਡੁੱਲੇ ਵਰਤਾ ਦਿੱਤੇ ਹਨ। 10,000 ਇਮ ਫੌਜ ਸਜਾਈ, ਹੁਣ 10,000 ਦੀ ਗਿਣਤੀ ਦੇ ਵਿੱਚ ਜਿਹੜੀ ਸੈਨਾ ਤਿਆਰ ਹੋ ਗਈ ਹੈ। ਕਰਿਓ ਕੋਚ ਦਿੱਲੀਪੁਰ ਛੋਰਾ, ਦਿੱਲੀ ਸ਼ਹਿਰ ਤੋਂ ਇਹਨਾਂ ਨੇ ਕੂਚ ਕਰ ਦਿੱਤਾ ਸੀ। ਮਗ ਕਹਿ ਲੋਰ ਦੂਨ ਕੀ ਓਰਾ, ਚਲਦਿਆਂ ਜਦੋਂ ਕਹਿਲੋਰ ਰਿਆ ਦੇ ਨੇੜੇ ਪਹੁੰਚ ਗਏ ਹਨ। ਦੁੰਦਬ ਬਾਜਿਤ ਚਲ ਹੈ ਅਗਾਰੀ, 10,000 ਸੈਨਾ ਦੇ ਅੱਗੇ ਵੱਡੇ ਵੱਡੇ ਢੋਲ ਨਗਾਰੇ ਉਹ ਵੀ ਉੱਚੀ ਧੁਨੀ ਦੇ ਨਾਲ ਵੱਜਦੇ ਜਾ ਰਹੇ ਹਨ। ਛੁਟੇ ਨਿਸ਼ਾਨਨ ਫਰਰੇ ਭਾਰੀ, ਕਈਆਂ ਜਵਾਨਾਂ ਨੇ ਵੱਡੇ ਵੱਡੇ ਜਿਹੜੇ ਨਿਸ਼ਾਨ ਜਿਵੇਂ ਝੰਡੀਆਂ ਹੁੰਦੀਆਂ ਨੇ ਆ ਵੱਡੀਆਂ ਆਪਣੇ ਹੱਥ ਦੇ ਵਿੱਚ ਪਕੜੀਆਂ ਹੋਈਆਂ ਸਨ। ਦਵੈ ਉਮਰਾਬ ਵੀਰ ਹੰਕਾਰੀ, ਦੋਨਾਂ ਨਵਾਬਾਂ ਦੇ ਮਨ ਦੇ ਵਿੱਚ ਬੜਾ ਮਾਨ ਹੰਕਾਰ ਆਪਣੀ ਜਿਹੜੀ ਸਾਤਰ ਵਿਦਿਆ ਦਾ ਭਰਿਆ ਹੋਇਆ ਸੀ। ਰਾਜ ਵੱਡੇ ਨਿਸ਼ਾਨ ਝੰਡੀਆਂ ਫੜਾਤੀਆਂ ਵੀ ਲੋਕਾਂ ਨੂੰ ਪਤਾ ਲੱਗ ਜੇ ਕਿਤਨੀ ਸੈਨਾ ਗੁਰੂ ਜੀ ਦੇ ਉੱਪਰ ਚੜਾਈ ਕਰਕੇ ਜਾ ਰਹੀ ਹੈ। ਵਿਦਿਆ ਯਦ ਖਤੰਗ ਪ੍ਰਹਾਰੀ, ਜਿਹੜੇ ਤੀਰ ਅੰਦਾਜ਼ੀ ਦੀ ਵਿਦਿਆ ਦੇ ਵਿੱਚ ਬੜੇ ਹੀ ਸਿਆਣੇ ਹਨ। ਸਨੇ ਸਨੇ ਪਾਵਤ ਮਗ ਡੇਰੀ, ਹੁਣ ਰਾਹ ਦੇ ਵਿੱਚ ਡੇਰਾ ਕਰ ਲੈਂਦੇ ਹਨ। ਆਵਤ ਭਈ ਆਨੰਦਪੁਰ ਨੇਰੀ, ਜਦੋਂ ਅੱਗੇ ਤੋਂ ਅੱਗੇ ਕੂਚ ਕਰਦਿਆਂ ਹੋਇਆਂ ਆਨੰਦਪੁਰੀ ਦੇ ਬਿਲਕੁਲ ਨੇੜੇ ਆ ਗਏ ਸੀ। ਸੁਣ ਕਰ ਰਾਜੇ ਹਵੈ ਕਰ ਤਿਆਰ, ਉਧਰੋਂ ਭੀਮ ਚੰਦ ਨੇ ਹੋਰ ਆਲੇ ਦੁਆਲੇ ਤੋਂ ਬਹੁਤ ਸਾਰੇ ਰਾਜੇ ਤਿਆਰ ਕਰ ਲਏ ਸੀ। ਲਾਇ ਕਰ ਸੈਨਾ ਹਵੈ ਅਸਵਾਰ, ਇਹਨਾਂ ਨੇ ਵੀ ਆਪਣੀਆਂ ਫੌਜਾਂ ਅੱਗੇ ਲਿਜਾਣ ਵਾਸਤੇ ਤਿਆਰ ਕਰ ਲਈਆਂ ਸਨ। ਕੀਤਕ ਮਜਲ ਅਗਾਰੀ ਜਾਈ, ਇਹਨਾਂ ਦੋਵਾਂ ਅਹਿਲਕਾਰਾਂ ਦਾ ਸਤਿਕਾਰ ਕਰਨ ਦੇ ਲਈ ਉਹ ਤਾਂ ਕਈ ਮੰਜ਼ਲਾਂ ਅੱਗੇ ਜਾ ਕਰਕੇ ਇਹਨਾਂ ਨੂੰ ਮਿਲ ਪਏ ਹਨ। ਤੁਰਕਨ ਸੰਗ ਮਿਲੇ ਹਰ ਖਾਈ, ਬੜੀ ਖੁਸ਼ੀ ਦੇ ਸਮੇਤ ਭੀਮ ਚੰਦ ਜਸਵਾਰੀ ਹੈ ਬੜੇ ਪ੍ਰਸੰਨ ਹੋ ਕੇ ਤੁਰਕਾਂ ਦੇ ਨਾਲ
ਮਿਲ ਗਏ ਹਨ। ਭੀਮ ਚੰਦ ਕਹਿ ਲੂਰੀ ਰਾਈ, ਜਿਹੜਾ ਹੁਣ 22 ਧਾਰਾਂ ਦਾ ਮੁਖੀ ਬਣਿਆ ਹੋਇਆ ਸੀ, ਭੀਮ ਚੰਦ ਕਹਿਲੋਰਿਆ ਦਾ ਮਾਲਕ ਹੈ। ਵੀਰ ਸਿੰਘ ਜਸਪਾਲ ਮਿਲਾਈ, ਐਸੇ ਤਰ੍ਹਾਂ ਵੀਰ ਸਿੰਘ ਜਸਪਾਲ ਰਿਆ ਦਾ ਮਾਲਕ ਆਲੇ ਦੁਆਲੇ ਤੋਂ ਬਹੁਤ ਸਾਰੇ ਫੌਜੀ ਇੱਕ ਥਾਂ ਤੇ ਇਕੱਤਰ ਹੋ ਗਏ ਹਨ। ਮਦਨਪਾਲ ਸਿਰ ਮੌਰੀ ਗਇਓ, ਸਰ ਮੌਰ ਰਿਆ ਦਾ ਜਿਹੜਾ ਮਾਲਕ ਮਦਨ ਪਾਲੇ ਵੀ ਉਸ ਥਾਂ ਤੇ ਪਹੁੰਚ ਗਿਆ ਸੀ। ਦੇ ਬਹੁ ਭੇਟ ਮੇਲ ਤਬ ਕੀਓ, ਇਹਨਾਂ ਨੇ ਵੀ ਜਥਾ ਜੋਗ ਮਾਇਆ ਤਨ ਦੇ ਕਰਕੇ ਤੁਰਕਾਂ ਮੁਗਲਾਂ ਦੇ ਨਾਲ ਬੜਾ ਆਪਣਾ ਪ੍ਰੇਮ ਪਾ ਲਿਆ ਸੀ। ਗੁਰ ਕੀ ਬਾਤ ਸਕਲ ਸਮਝਾਈ, ਭੀਮ ਚੰਦ ਉਸ ਸਮੇਂ ਫਿਰ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਦੀ ਜਿਹੜੀ ਬਾਰਤ ਹੈ ਨਾ ਆਪਣੇ ਵੱਲੋਂ ਇਹਨਾਂ ਨੂੰ ਸਮਝਾਉਣ ਲੱਗਿਆ ਸੀ। ਇਸ ਪ੍ਰਕਾਰ ਇਤ ਧੂਮ ਉਠਾਈ, ਵੀ ਗੁਰੂ ਜੀ ਦੇ ਪਾਸ ਭਾਵੇਂ ਥੋੜੇ ਜਿਹੇ ਹੀ ਉਹ ਵੀ ਅਣਜਾਣ ਨੀਵੀਆਂ ਜਾਤਾਂ ਦੇ ਲੋਕ ਯੋਧੇ ਸੂਰਮੇ ਰੱਖੇ ਹੋਏ ਹਨ, ਪਰ ਉਹਨਾਂ ਨੇ ਤਾਂ ਸਾਡੇ ਇਲਾਕੇ ਦੇ ਵਿੱਚ ਚਾਰੇ ਪਾਸੇ ਬੜਾ ਫਤੂਰ ਪੈਦਾ ਕੀਤਾ ਹੋਇਆ ਹੈ। ਨਹਿ ਚਾਕਰ ਨਰ ਵੀਰ ਨਾ ਕੋਈ, ਉਹਨਾਂ ਦੇ ਵਿੱਚੋਂ ਨਾ ਤਾਂ ਕੋਈ ਯੋਧਾ ਹੈ ਨਾ ਸੂਰਮਾ, ਵੀ ਬਸ ਅਣਜਾਣ ਜੇ ਜਿਹੜੇ ਚਾਰੇ ਵਰਨਾਂ ਦੇ ਲੋਕ ਗੁਰੂ ਜੀ ਨੇ ਆਪਣੇ ਪਾਸ ਇਕੱਠੇ ਕੀਤੇ ਹੋਏ ਹਨ। ਇਹ ਧੋਤ ਤੇ ਮਿਲ ਭਾ ਦਲ ਸੋਈ, ਇਧਰੋਂ ਐਵੇਂ ਜਿਹੜੇ ਗਰੀਬ ਲੋਕ ਇਕੱਠੇ ਹੋ ਕਰਕੇ ਉਹਨਾਂ ਨੇ ਆਪਣੀ ਸੈਨਾ ਬਣਾ ਲਈ ਹੈ। ਲਰ ਕਰ ਪੁਰ ਆਨੰਦ ਛੁਰ ਬਾਬੂ ਹੋ, ਭੀਮ ਚੰਦ ਕਹਿ ਲੱਗਿਆ ਵੀ ਤੁਸੀਂ ਹੁਣ ਗੁਰੂ ਜੀ ਦੇ ਨਾਲ ਯੁੱਧ ਕਰਕੇ ਆਨੰਦਪੁਰ ਦੀ ਜਿਹੜੀ ਸਾਰੀ ਧਰਤੀ ਛਡਾ ਲੈਣੀ ਹੈ। ਰਹਿਤ ਆਪਣੇ ਆਨ ਮਨਾਵੋ, ਜੇ ਗੁਰੂ ਜੀ ਆਪਣੇ ਨਗਰ ਦੇ ਵਿੱਚ ਰਹਿਣਾ ਚਾਹੁੰਦੇ ਨੇ ਫਿਰ ਉਹਨਾਂ ਦੇ ਕੋਲੋਂ ਤੁਸੀਂ ਆਪਣੀ ਈਨ ਮਨਵਾ ਲੈਣੀ ਹੈ। ਬਰਜੋ ਨਹਿ ਪਤੂਰ ਇਤ ਪਾਵੈ, ਗੁਰੂ ਜੀ ਨੂੰ ਜੋ ਸਾਡਾ ਆਲੇ ਦੁਆਲੇ ਇਲਾਕੇ ਦੇ ਵਿੱਚ ਬੜਾ ਨੁਕਸਾਨ ਕਰਦੇ ਹਨ, ਤੁਸੀਂ ਫਿਰ ਜਾ ਕਰਕੇ ਰੋਕ ਸਕਦੇ ਹੋ। ਹਮ ਪਰ ਆਪਣੋ ਦਲ ਨਾ ਚੜਾਵੈ, ਵੀ ਸਾਡੀ ਜਿਹੜੀ ਪ੍ਰਜਾ ਸਾਡੇ ਜਿਹੜੇ ਲੋਕ ਨੇ ਉਹਨਾਂ ਦੇ ਉੱਪਰ ਕਦੇ ਵੀ ਗੁਰੂ ਜੀ ਆਪਣੀਆਂ ਫੌਜਾਂ ਨਾ ਚੜਾਉਣ, ਨਾ ਕਦੇ ਲੋਕਾਂ ਨੂੰ ਤੰਗ ਕਰਨ। ਇਹ ਜਿਹੜੇ ਇਹੋ ਜਿਹੀਆਂ ਸ਼ਰਤਾਂ ਤੁਸੀਂ ਆਪਣੇ ਆਪ ਹੀ ਗੁਰੂ ਜੀ ਦੇ ਪਾਸੋਂ ਮਨਵਾ ਲੈਣੀਆਂ ਹਨ। ਖੇਤੀ ਕਾ ਨੁਕਸਾਨ ਨਾ ਕਰੈ, ਦੀਨਾ ਦੁਨੀਆ ਦੇ ਮਾਲਕ ਸਤਿਗੁਰੂ ਜੀ ਜਿੱਥੇ ਹਜ਼ਾਰਾਂ ਸੈਂਕੜੇ ਰੁਪਈਏ ਵੰਡਣ ਵਾਲੇ ਉੱਥੇ ਵਿਚਾਰੇ ਜ਼ਿਮੀਂਦਾਰਾਂ ਦਾ ਨੁਕਸਾਨ ਤਾਂ ਕਿੱਥੇ ਕਰਨਾ ਸੀ। ਪਰ ਭੀਮ ਚੰਦ ਵਰਗਿਆਂ ਤੋਂ ਸਤਿਗੁਰੂ ਜੀ ਦਾ ਜਿਹੜਾ ਤੇਜ ਪ੍ਰਤਾਪ ਜਰਿਆ ਨਹੀਂ ਜਾਂਦਾ ਸੀ। ਆਪਣੇ ਨਗਰ ਬਾਸ ਕੋ ਧਰੈ, ਵੀ ਜੇ ਗੁਰੂ ਜੀ ਨੇ ਈਨ ਮੰਨ ਲਈ ਤੁਹਾਡੀ ਤਾਂ ਫਿਰ ਆਪਣੇ ਆਨੰਦਪੁਰ ਦੇ ਵਿੱਚ ਬੜੇ ਸੁੱਖਾਂ ਦੇ ਸਮੇਤ ਰਹਿ ਸਕਦੇ ਹਨ। ਇਤਿਆਦਿਕ ਸਮਝਾਵਤ ਲਿਆਈ, ਭੀਮ ਚੰਦ ਨੇ ਰਾਜ ਹੀ ਇਹਨਾਂ ਦੋਵੇਂ ਸੂਬਿਆਂ ਨੂੰ ਇਹ ਗੱਲਾਂ ਸਮਝਾ ਦਿੱਤੀਆਂ ਹਨ। ਰੋਪਰ ਤੀ ਚੜ ਆਗੂ ਧਾਈ, ਜਦੋਂ ਫਿਰ ਰੋਪੜ ਤੋਂ ਸਾਰੀ ਜਿਹੜੀ ਸੈਨਾ ਅੱਗੇ ਚੱਲ ਪਈ ਹੈ। ਕੀਰਤਪੁਰ ਕੋ ਉਲੰਘੇ ਫੇਰ, 10,000 ਦੀ ਗਿਣਤੀ ਦੇ ਵਿੱਚ ਯੋਧੇ ਸੂਰਮੇ ਸਿਪਾਹੀ ਚਲਦਿਆਂ ਕੀਰਤਪੁਰ ਤੋਂ ਜਦੋਂ ਕਾਫੀ ਅੱਗੇ ਲੰਘ ਗਏ ਸਨ, ਆਨ ਆਨੰਦਪੁਰ ਹੋਇਓ ਨੀਰ, ਜੋ ਸਤਿਗੁਰੂ ਜੀ ਦੀ ਪਵਿੱਤਰ ਪਾਵਨ ਨਗਰੀ ਆਨੰਦਪੁਰ ਬੜਾ ਨੇੜੇ ਹੀ ਰਹਿ ਗਿਆ ਸੀ। ਦੋਹਰਾ ਉਲੰਘੇ ਕੀਰਤਪੁਰੀ ਤੇ ਦੁੰਦਬ ਬ੍ਰਿੰਦ ਬਜਾਈ, ਹੁਣ ਇਹ ਵੱਡੇ ਵੱਡੇ ਢੋਲ ਨਗਾਰੇ ਵਜਾਉਂਦੇ ਹੋਇਆ ਜਦੋਂ ਕੀਰਤਪੁਰ ਤੋਂ ਥੋੜਾ ਜਿਹਾ
ਅੱਗੇ ਨੂੰ ਲੰਘੇ ਸਨ। ਪਹੁੰਚੀ ਖਬਰ ਆਨੰਦਪੁਰ ਚਮੂ ਤੁਰਕ ਕੀ ਆਈ। ਉਸ ਵਕਤ ਇਹ ਖਬਰ ਸਤਿਗੁਰੂ ਜੀ ਦੇ ਪਾਸ ਪਹੁੰਚ ਗਈ ਵੀ 10,000 ਦੀ ਗਿਣਤੀ ਦੇ ਵਿੱਚ ਤੁਰਕ ਮੁਗਲ ਪਠਾਨ ਦਿੱਲੀ ਸ਼ਹਿਰ ਤੋਂ ਚੜ ਕਰਕੇ ਆ ਗਏ ਹਨ। ਪਾਦੜੀ ਛੰਦ ਸਭ ਸੈਲਪਤੀ ਕਰਕੇ ਪੁਕਾਰ। ਇਹ ਵੀ ਪਹਾੜੀ ਰਾਜਿਆਂ ਨੇ ਇਕੱਠਿਆਂ ਹੋ ਕਰਕੇ ਜਦੋਂ ਬਾਦਸ਼ਾਹ ਔਰੰਗਜ਼ੇਬ ਦੇ ਅੱਗੇ ਆਪਣੀ ਪੁਕਾਰ ਕੀਤੀ ਹੈ। ਬਹੁ ਦਇਓ ਦਰਬ ਦਿੱਲੀ ਮਝਾਰ। ਇਹਨਾਂ ਨੇ ਬਹੁਤ ਸਾਰੀ ਜਿਹੜੀ ਰਿਸ਼ਵਤ ਦੀ ਮਾਇਆ ਦਿੱਲੀ ਦੇ ਵੱਡੇ ਗਵਰਨਰ ਦੇ ਪਾਸ ਭੇਜ ਦਿੱਤੀ ਹੈ। ਆਨੇ ਚੜਾਈ ਹੈ 10,000। ਭੀਮ ਚੰਦ ਤੇ ਸਾਰੇ ਰਾਜਿਆਂ ਨੇ ਰਲ ਮਿਲ ਕਰਕੇ ਹੀ ਇਹ ਫੌਜ ਚੜਾ ਕਰਕੇ ਲਿਆਂਦੀ ਹੈ। ਉਮਰਾਈ ਦੋਈ ਹਿਤ ਕਰਨ ਰਾਰ। ਯੁੱਧ ਕਰਨ ਦੇ ਲਈ ਦੋ ਜਿਹੜੇ ਵੱਡੇ ਵੱਡੇ ਸੂਬੇ ਸੈਨਾ ਦੇ ਵਿੱਚ ਚੱਲ ਕਰਕੇ ਆਏ ਹਨ। ਸੁਨ ਗੁਰੂ ਹੁਕਮ ਦੀਨੋ ਉਚਾਰ। ਸਤਿਗੁਰੂ ਜੀ ਨੇ ਵੀ ਸੋਹਣਾ ਦਾ ਸਾਰ ਆਪਣੇ ਖਾਲਸੇ ਨੂੰ ਹੁਕਮ ਕਰ ਦਿੱਤਾ ਸੀ। ਸਭ ਚੜ੍ਹੋ ਖਾਲਸਾ ਸ਼ਸਤਰ ਧਾਰ। ਇਹ ਖਾਲਸਾ ਜੀ ਤੁਸੀਂ ਵੀ ਹੁਣ ਸ਼ਸਤਰ ਵਸਤਰ ਪਕੜ ਕਰਕੇ ਆਪਣੀ ਤਿਆਰੀ ਕਰ ਲੈਣੀ ਹੈ। ਇਹ ਪ੍ਰਥਮ ਜੰਗ ਤੁਰਕਾਨ ਸੰਗ। ਇਹ ਬਾਦਸ਼ਾਹ ਔਰੰਗਜ਼ੇਬ ਦੀ ਜਿਹੜੀ ਸੈਨਾ ਨਾ ਫੌਜ ਆ ਤੁਰਕਾਂ ਦੀ, ਉਹਨਾਂ ਦੇ ਨਾਲ ਆਪਣਾ ਪਹਿਲਾ ਜੰਗ ਹੋਣਾ ਹੈ। ਤਰ ਖਰਖ ਤੰਗ ਪੁਰ ਹੋ ਨਿਖੰਗ। ਮਹਾਰਾਜ ਕਹਿਣ ਲੱਗੇ ਵੀ ਜੋਧੇ ਸੂਰਮਿਆਂ ਨੇ ਆਪੋ ਆਪਣੇ ਜਿਹੜੇ ਪੱਥੇ ਤਿੱਖੇ ਤਿੱਖੇ ਤੀਰਾਂ ਦੇ ਨਾਲ ਭਰ ਲੈਣੇ ਹਨ। ਦੋਹਰਾ ਪੰਚੋ ਮੁਕਤੀ ਸਿੰਘ ਜਬ ਅਰ ਆਲਮ ਸਿੰਘ ਵੀਰ। ਉਹ ਸਮੇਂ ਭਾਈ ਆਲਮ ਸਿੰਘ ਇਹ ਵੀ ਬੜੇ ਜੋਧੇ ਸੂਰਮੇ ਜਿਨ੍ਹਾਂ ਨੂੰ 5 ਮੁਕਤਿਆਂ ਦੀ ਜਿਹੜੀ ਉਪਾਧੀ ਸਤਿਗੁਰੂ ਜੀ ਨੇ ਬਖਸ਼ੀ ਹੈ, ਸਾਰੇ ਇਕੱਠੇ ਹੋ ਕੇ ਅੱਗੇ ਨੂੰ ਚੱਲ ਪਏ ਸਨ। ਸਲਤਾ ਦਲ ਤੁਰਕਾਨ ਕੋ ਅਰੀ ਸੈਲ ਸਮਤੀਰ। ਜਿਹੜੀ ਤੁਰਕਾਂ ਮੁਗਲਾਂ ਦੀ ਸੈਨਾ ਮਾਨੋ ਇੱਕ ਨਦੀ ਦੇ ਸਮਾਨ ਚੜ ਕਰਕੇ ਆ ਰਹੀ ਸੀ। ਇਹ ਥੋੜੇ ਜਿਹੇ ਸੂਰਮੇ ਇਹਨਾਂ ਦੇ ਅੱਗੇ ਪਹਾੜ ਦੇ ਸਮਾਨ ਬਣ ਕਰਕੇ ਅੜ ਗਏ ਸਨ। ਤਿਸ ਨਾਰੀ ਕੇ ਪਾਰ ਹੀ ਰੋਕਿਓ ਦਲ ਸਮੁਦਾਈ। ਜਿਹੜਾ ਆਨੰਦਪੁਰ ਦੇ ਨੇੜਿਓਂ ਦੀ ਇੱਕ ਨਾਲਾ ਵਗਦਾ ਸੀ, ਉਸ ਨੂੰ ਲੰਘ ਕਰਕੇ ਜੋਧੇ ਸੂਰਮਿਆਂ ਨੇ ਉੱਥੇ ਇਹ ਸਾਰੀ ਜਿਹੜੀ ਫੌਜ ਆ ਰੋਕ ਲਈ ਹੈ। ਗਿਰੇ ਹਜ਼ਾਰੋਂ ਪ੍ਰਾਨ ਬਿਨ ਥਿਰੇ ਤਰਾਸ ਕੋ ਪਾਈ। ਜਦੋਂ ਦੋਵੇਂ ਪਾਸਿਆਂ ਤੋਂ ਬੰਦੂਕਾਂ ਦੇ ਵਿੱਚੋਂ ਗੋਲੀਆਂ ਧਨਸ਼ਾ ਦੇ ਵਿੱਚੋਂ ਤੀਰ ਚੱਲਣ ਲੱਗੇ, ਫਿਰ ਉੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਦਾੜ ਦਾੜ ਕਰਕੇ ਵੱਡੇ ਵੱਡੇ ਜਵਾਨ ਸੂਰਮੇ ਡਿੱਗਣ ਲੱਗ ਪਏ ਹਨ। ਰਸਾਵਲ ਛੰਦ ਚਲੈ ਜੋ ਤਫੰਗੈ ਪਟੰਗ ਅੰਗ ਭੰਗੈ। ਜਿਹੜੀ ਵੀ ਗੋਲੀ ਲੱਗਦੀ ਹੈ ਸੂਰਮੇ ਦੇ ਨਾਲ ਦੀ ਨਾਲ ਉਹਨਾਂ ਦੇ ਪ੍ਰਾਣ ਕੱਢ ਦਿੰਦੀ ਸੀ। ਹਯੰ ਤੇ ਉਥਲੈ ਨਹੀਂ ਅੰਗ ਹੱਲੈ। ਚਾਹੇ ਬੰਦੂਕ ਦੇ ਵਿੱਚੋਂ ਨਿਕਲੀ ਹੋਈ ਗੋਲੀ ਘੋੜੇ ਦੇ ਜਾਂ ਕਿਸੇ ਵੀ ਜਵਾਨ ਦੇ ਨਿਸ਼ਾਨਾ ਲੱਗ ਗਿਆ ਹੈ। ਖੜੇ ਘਾਵ ਚੱਲੈ ਪਿਛਾਰੀ ਨਾ ਚੱਲੈ। ਜਿਹੜੇ ਨੇ ਦਲੇਰ ਹੌਸਲਿਆਂ ਨੂੰ ਧਾਰਨ ਕਰਨ ਵਾਲੇ, ਉਹਨਾਂ ਨੇ ਸਾਹਮਣੇ ਖੜਿਆ ਹੋ ਕੇ ਸਾਤ ਤਰ੍ਹਾਂ ਦੇ ਵਾਰ ਤਾਂ ਚੱਲ ਲਏ ਨੇ ਸਰੀਰ ਤੇ, ਪਰ ਮੈਦਾਨੇ ਜੰਗ ਦੇ ਵਿੱਚ ਆਪਣਾ ਜਿਹੜਾ ਇੱਕ ਪੈਰ ਪਿੱਛੇ ਨਹੀਂ ਪਾਇਆ ਸੀ। ਬਕੈ ਮਾਰ ਮਾਰਾ ਵੱਡੋ ਹੀਲ ਡਾਰਾ। ਜਦ ਸੂਰਮੇ ਉਹ ਸਮੇਂ ਇੱਕ ਦੂਜੇ ਨੂੰ ਹੱਲਾ ਸ਼ੇਰੀ ਦੇਣ ਦੇ ਲਈ ਮਾਰ ਲਓ ਪਕੜ ਲਓ ਦੀ ਆਵਾਜ਼ ਦੇਣ ਲੱਗ ਪਏ ਹਨ। ਥਿਰੇ ਸਿੰਘ ਚੱਲੈ ਨਹੀਂ ਪੈਰ ਹੱਲੈ। ਇਸੇ ਤਰ੍ਹਾਂ ਸਤਿਗੁਰੂ ਜੀ ਦੇ ਜਿਹੜੇ ਜੋਧੇ ਸੂਰਮੇ ਉਹ ਵੀ ਤੁਰਕਾਂ ਮੁਗਲਾਂ ਪਠਾਣਾਂ ਦੇ ਅੱਗੇ ਥੰਮ ਦੇ ਸਮਾਨ ਅੜ ਗਏ ਹਨ। ਤੋ ਪੰਗੰ ਚਲਾਵੈ ਤੋ ਰੰਗੰ ਫੰਦਾਵੈ। ਤੀਰ ਗੋਲੀਆਂ ਚਲਾ ਕਰਕੇ ਕੋੜੇ ਵੀ ਬਹੁਤ ਸਾਰੇ ਜਵਾਨ ਸਿਪਾਹੀ ਸ਼ਹੀਦੀਆਂ ਪ੍ਰਾਪਤ ਕਰ ਲੱਗ ਪਏ ਹਨ। ਜਿਸੀ ਕੋ ਤਕਾਵੈ ਤਿਸੀ ਕੋ ਗਿਰਾਵੈ। ਜਿਹਦੇ ਤੱਕ ਕੇ ਲੱਗ ਗਿਆ ਨਿਸ਼ਾਨਾ
ਨਾਲ ਦੀ ਨਾਲ ਧਰਤੀ ਤੇ ਗਿਰ ਪੈਂਦਾ ਸੀ। ਦਸੰ 20 ਗੀਰੇ ਥਿਰੇ ਔਰ ਹੀਰੇ। ਜਦੋਂ 10 ਬੇ ਜਵਾਨ ਸਿਪਾਹੀ ਉਸ ਸਮੇਂ ਧਰਤੀ ਦੇ ਉੱਪਰ ਗਿਰਨ ਲੱਗ ਪਏ ਸਨ। ਮਰੀ ਹੀਰ ਬੀਰੰ ਕਿਤੇ ਹੋਤ ਪੀਰੰ। ਇਤਨੇ ਜਵਾਨ ਜਦੋਂ ਸ਼ਹੀਦੀਆਂ ਪ੍ਰਾਪਤ ਕਰਨ ਲੱਗੇ, ਕਈ ਵਿਚਾਰੇ ਦੇ ਕਰਕੇ ਉਹ ਮਨ ਦੇ ਵਿੱਚ ਡਰਨ ਵੀ ਲੱਗ ਪਏ ਸਨ। ਘਨੇ ਗੇਰ ਕੋਰੀ ਕਿਤੇ ਪੇਟ ਫੋਰੀ। ਥਾਂ ਤੇ ਧਰਤੀ ਤੇ ਘੋੜੇ ਵੀ ਵੱਡੇ ਵੱਡੇ ਜਵਾਨ ਲੰਮੇ ਪਏ ਹਨ। ਕਿਤੇ ਅੰਗ ਤੋਰੇ ਕਿਤੇ ਛੂਛ ਦੌਰੇ। ਕਈਆਂ ਦੇ ਜਿਹੜੇ ਅੰਗ ਹੀ ਫੌਲਾਦੀ ਲੋਹੇ ਦੀਆਂ ਤਲਵਾਰਾਂ ਦੇ ਨਾਲ ਕੱਟੇ ਗਏ ਹਨ। ਭਈ ਛਤਰ ਬੌਰੀ ਮਹਾ ਡੌਰ ਪੌਰੀ। ਸਤਿਗੁਰੂ ਜੀ ਦੇ ਜੋਧੇ ਸੂਰਮਿਆਂ ਨੇ ਇਹੋ ਜੀ 7 ਤਰ੍ਹਾਂ ਦੀ ਜਦੋਂ ਮਾਰ ਮਚਾਈ, ਇਹ ਜਿਹੜੇ ਤੁਰਕ ਪਠਾਨ ਉਹ ਕਮਲਿਆਂ ਸਦਾਈਆਂ ਦੇ ਸਮਾਨ ਕਰ ਦਿੱਤੇ ਸਨ। ਤਬੈ ਪੈਂਡ ਖਾਨਾ ਹੰਕਾਰੀ ਮਹਾਨਾ। ਉਸ ਸਮੇਂ ਪੈਂਡ ਖਾਨ, ਜਿਸ ਦੇ ਮਨ ਦੇ ਵਿੱਚ ਆਪਣੀ ਤੀਰ ਵਿਦਿਆ ਦਾ ਬੜਾ ਮਾਨ ਹੰਕਾਰ ਭਰਿਆ ਹੋਇਆ ਸੀ, ਪਰਹਾਰੈ ਸੋ ਬਾਨਾ ਨਾ ਕੋਹੂ ਸਮਾਨਾ। ਜਿਸ ਦੇ ਸਮਾਨ ਜਿਹੜੇ ਤਿੱਖੇ ਤੀਰ ਕੋਈ ਇਤਨੀ ਤੇਜ਼ੀ ਦੇ ਨਾਲ ਚਲਾ ਨਹੀਂ ਸਕਦਾ ਸੀ। ਤਬੈ ਦੇਖ ਜੁਦਾ ਹਿਰਦੈ ਕੀਨ ਕ੍ਰੋਧਾ। ਜਦੋਂ ਪੈਂਡ ਖਾਨ ਨੇ ਦੇਖਿਆ ਵੀ ਤਾਂ ਮੁੱਠੀ ਪਰ ਗੁਰੂ ਜੀ ਦੇ ਜੋਧੇ ਸੂਰਮੇ ਮੇਰੀ ਸੈਨਾ ਦਾ ਕਿਤਨਾ ਨੁਕਸਾਨ ਕਰਨ ਲੱਗ ਪਏ ਹਨ। ਤਬੈ ਅਗਰ ਆਇਓ ਸੋ ਉੱਚੇ ਸੁਨਾਇਓ। ਉਹ ਸਮੇਂ ਸਤਿਗੁਰੂ ਜੀ ਦੇ ਨਾ ਜੋਧੇ ਸੂਰਮਿਆਂ ਦੇ ਵਿੱਚ ਪੈਂਡ ਖਾਨ ਅੱਗੇ ਹੋ ਕਰਕੇ ਇਹ ਗੱਲ ਕਹਿਣ ਲੱਗ ਪਿਆ ਸੀ। ਦੋਹਰਾ ਦੀਨ ਮਜਬ ਕੋ ਜੁਧ ਇਹ ਹਮ ਜੂਜਨ ਕੋ ਆਈ। ਖਾਲਸੇ ਨੂੰ ਇਹ ਜੇ ਗੱਲ ਇਹਨੇ ਚੰਗੀ ਤਰ੍ਹਾਂ ਉੱਚੀ ਆਵਾਜ਼ ਦੇ ਕਰਕੇ ਸਮਝਾਈ ਵੀ ਅਸੀਂ ਤਾਂ ਇੱਕ ਦੀਨ ਧਰਮ ਦਾ ਜਿਹੜਾ ਯੁੱਧ ਕਰਨ ਵਾਸਤੇ ਇੱਥੇ ਪਹੁੰਚੇ ਹਾਂ। ਗੁਰੂ ਤੁਮਾਰੇ ਵੱਡ ਬਲੀ ਮੋਹ ਕਹੋ ਬਹੁਤ ਸੁਨਾਈ। ਵੀ ਤੁਹਾਡੇ ਗੁਰੂ ਜੀ ਦੀ ਜਿਹੜੀ ਵੀਰਤ ਹੈ, ਸਤਿਗੁਰੂ ਜੀ ਦੀ ਜਿਹੜੀ ਬਹਾਦਰੀ ਹੈ, ਜਿਵੇਂ ਮਹਾਰਾਜ ਬੜੀ ਤੇਜ਼ੀ ਦੇ ਨਾਲ ਤੀਰ ਚਲਾਇਆ ਕਰਦੇ ਸਨ, ਇਹਦੇ ਬਾਰੇ ਪੈਂਡ ਖਾਨ ਨੂੰ ਪਹਿਲਾਂ ਹੀ ਬੜੇ ਲੋਕਾਂ ਦੇ ਪਾਸੋਂ ਪਤਾ ਲੱਗ ਚੁੱਕਿਆ ਸੀ ਵੀ ਜੇ ਕਿਤੇ ਸਤਿਗੁਰੂ ਜੀ ਮੈਦਾਨੇ ਜੰਗ ਦੇ ਵਿੱਚ ਨਾ ਸਾਹਮਣੇ ਆ ਜਾਣ, ਉੱਤੇ ਦਾ ਫਿਰ ਖੱਬੀ ਖਾਨ ਮੰਨੇ ਪਰਮੰਨੇ ਜੋਧੇ ਸੂਰਮਿਆਂ ਨੂੰ ਸਾਹਮਣੇ ਖੜਨਾ ਬੜਾ ਔਖਾ ਹੋ ਜਾਂਦਾ ਹੈ। ਸਤਿਗੁਰੂ ਜੀ ਦੀ ਜਿਹੜੀ ਹੈ ਤੀਰ ਵਿਦਿਆ ਦੀ ਵਡਿਆਈ ਹੈ, ਸੋਭਾ ਹੈ, ਪੈਂਡ ਖਾਨ ਨੂੰ ਪਹਿਲਾਂ ਹੀ ਲੋਕਾਂ ਦੇ ਪਾਸੋਂ ਪਤਾ ਲੱਗ ਚੁੱਕਿਆ ਸੀ। ਰਸਾਵਲ ਚੰਦ ਲਰੋਂ ਤਾਹੀ ਸੰਗਾ ਪਿਖੋ ਮੋਹੀ ਜੰਗਾ। ਪੈਂਡ ਖਾਨ ਵੰਗਾਰ ਕੇ ਕਹਿ ਲੱਗਿਆ ਮਹਾਰਾਜ ਦੇ ਜੋਧੇ ਸੂਰਮਿਆਂ ਨੂੰ ਵੀ ਮੈਂ ਤਾਂ ਹੁਣ ਤੁਹਾਡੇ ਗੁਰੂ ਜੀ ਦੇ ਨਾਲ ਸਾਹਮਣੇ ਹੋ ਕਰਕੇ ਬੜਾ ਘਮਸਾਨ ਦਾ ਨਾ ਯੁੱਧ ਕਰਨਾ ਚਾਹੁੰਦਾ ਹਾਂ। ਅਬੈ ਆਪ ਆਵੈ ਸੋ ਹਾਥੰ ਦਿਖਾਵੈ। ਜਦੋਂ ਗੁਰੂ ਜੀ ਮੇਰੇ ਸਾਹਮਣੇ ਆ ਗਏ, ਮੈਂ ਵੀ ਫਿਰ ਅੱਗੇ ਹੋ ਕੇ 2 ਹੱਥ ਕਰ ਲੈਣੇ ਹਨ। ਦਿਖੈ ਮੋਰ ਹਾਥਾ ਲੜੈ ਬਾਨ ਸਾਥਾ। ਜਦੋਂ ਗੁਰੂ ਜੀ ਨੇ ਤੀਰ ਚਲਾ ਕਰਕੇ ਇੱਕ ਦੂਜੇ ਦੇ ਨਾਲ ਕੀਤਾ ਮੁਕਾਬਲਾ, ਫਿਰ ਸਾਡੀ ਜਿਹੜੀ ਕਮਾਈ ਹੋਈ ਵਿਦਿਆ ਦਾ ਪਤਾ ਲੱਗਣਾ ਹੈ। ਅਹ ਚਾਹ ਮੋਰੀ ਲਰੋਂ ਨਾਹੇ ਔਰੀ। ਪੈਂਡ ਖਾਨ ਨੇ ਇਹ ਗੱਲ ਵੰਗਾਰ ਕੇ ਖਾਲਸੇ ਨੂੰ ਕਹਿ ਦਿੱਤੀ ਵੀ ਮੈਂ ਇੱਕੋ ਇੱਕ ਗੁਰੂ ਜੀ ਦੇ ਸਾਹਮਣੇ ਹੋ ਕਰਕੇ ਜੰਗ ਕਰਨਾ ਚਾਹੁੰਦਾ ਹਾਂ। ਹੁਣ ਜਿਸ ਪ੍ਰਕਾਰ ਸਰਬੱਗ ਅੰਤਰਜਾਮੀ ਸਾਹਿਬਾਂ ਨੇ ਇਹਦੇ ਮਨ ਦੀ ਵੀ ਖਾਸ਼ ਪੂਰੀ ਕਰ ਦੇਣੀ ਹੈ, ਉਸ ਪ੍ਰਸੰਗ ਦੀ ਵਿਚਾਰ ਅੱਗੇ ਕੀਤੀ ਜਾਏਗੀ। ਇਉਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰਤਾ ਗੱਦੀ ਤੇ ਵਿਰਾਜਮਾਨ ਹੋ ਕਰਕੇ ਆਪਣੇ ਪਵਿੱਤਰ ਉਪਦੇਸ਼ ਅਤੇ ਦਰਸ਼ਨਾਂ ਦੁਆਰਾ
ਬਟ ਭਾਗੈ ਗੁਰ ਸਿੱਖਾ ਤਾਈਨੇ ਹਾਲ ਕਰ ਰਹੇ ਨੇ। ਦੇਖੈ ਮੋਰ ਹਾਥਾ ਲੜੈ ਬਾਨ ਸਾਥਾ ਅਹ ਚਾਹ ਮੋਰੀ ਲਰੋ ਨਾਹਿ ਔਰੀ। ਦੇਖੈ ਮੋਰ ਹਾਥਾ ਲੜੈ ਬਾਨ ਸਾਥਾ ਅਹ ਚਾਹ ਮੋਰੀ ਲਰੋ ਨਾਹਿ ਔਰੀ। ਹੇ ਚੌਥ ਹੈ ਪਾਰ ਬ੍ਰਹਮ ਅਵਨਾਸੀ ਅਗਨਾਸ